ਸੋ ਅੱਜ ਜਾਣਾਂਗੇ ਕਿ ਸ੍ਰੀ ਹੇਮਕੁੰਟ ਸਾਹਿਬ ਕਦੋਂ ਹੋਂਦ ਦੇ ਵਿੱਚ ਆਈ ਸੀ ਇਹ ਪਵਿੱਤਰ ਅਸਥਾਨ ਅਤੇ ਕਦੋਂ ਪਹਿਲੀ ਸੇਵਾ ਸ਼ੁਰੂ ਹੋਈ ਸੀ। ਸੋ ਗੁਰੂ ਸਾਹਿਬ ਜੀ ਨੇ ਦਸਮ ਗ੍ਰੰਥ ਦੇ 6ਵੇਂ ਬਚਿੱਤਰ ਨਾਟਕ ਦੇ 6ਵੇਂ ਅਧਿਆਇ ਵਿੱਚ ਆਪਣੇ ਪੂਰਬਲੇ ਜਨਮ ਦੀ ਕਥਾ ਲਿਖੀ ਹੈ, ਜਿਸ ਨੂੰ ਕਿ ਉਹਨਾਂ ਦੇ ਮਾਤ ਲੋਕ ਤੋਂ ਜਾਣ ਤੋਂ ਉਪਰੰਤ ਸਿੱਖ ਸਮੁਦਾਇ ਜਿਹੜੀ ਹੈਗੀ ਹੈ ਉਹਦੀ ਖੋਜ ਦੇ ਉੱਤੇ ਲੱਗ ਗਈ ਸੀ। ਜਿਹੜੇ ਖੋਜੀ ਸੀ, ਪੱਤਰਕਾਰ ਵੀਰ ਸੀ, ਜਾਂ ਉਸ ਸਮੇਂ ਦੇ ਕਹਿ ਲਈ ਆਪਾਂ ਇਤਿਹਾਸਕਾਰ ਸੀ, ਉਹਨਾਂ ਦਾ ਜ਼ਿਆਦਾ ਧਿਆਨ ਜਿਹੜਾ ਹੈਗਾ ਉਹ ਹਿਮਾਚਲ ਔਰ ਜੰਮੂ ਕਸ਼ਮੀਰ ਤੇ ਰਿਹਾ। ਸੋ ਖੋਜ ਪਹਿਲਾਂ ਤੋਂ ਹੀ ਹੁੰਦੀ ਰਹੀ ਹੈ ਗੁਰੂ ਸਾਹਿਬ ਦੇ ਜਾਣ ਤੋਂ ਉਪਰੰਤ ਹੀ, ਲੇਕਿਨ ਖੋਜ ਦਾ ਜਿਹੜਾ ਸਥਾਨ ਹੈਗਾ ਹੈ ਉਹ ਹਿਮਾਚਲ ਔਰ ਜੰਮੂ ਕਸ਼ਮੀਰ ਹੈ। ਉੱਤਰਾਖੰਡ ਵੱਲ ਕਿਸੇ ਦਾ ਕੋਈ ਖਾਸ ਧਿਆਨ ਨਹੀਂ ਸੀ। ਬਾਬਾ ਮੋਦਨ ਸਿੰਘ ਜੀ ਜਿਹੜੇ ਕਿ ਬੰਗਾਲ ਇੰਜੀਨੀਅਰ ਦੇ ਵਿੱਚ ਹਵਾਲਦਾਰ ਦੀ ਨੌਕਰੀ ਹਵਾਲਦਾਰ ਦੇ ਤੌਰ ਤੇ ਸੇਵਾ ਨਿਭਾਉਂਦੇ ਸੀ ਆਰਮੀ ਦੇ ਵਿੱਚ। ਉਹ ਰਿਟਾਇਰ ਹੋਣ ਉਪਰੰਤ ਮਨਸੂਰੀ ਗੁਰਦੁਆਰੇ ਦੇ ਵਿੱਚ ਗ੍ਰੰਥੀ ਲੱਗ ਜਾਂਦੇ ਨੇ। ਉਹਨਾਂ ਦੇ ਮਨ ਵਿੱਚ ਇੱਕ ਚੇਸਟਾ ਜਾਗਦੀ ਹੈ ਬਚਿੱਤਰ ਨਾਟਕ ਨੂੰ ਪੜ੍ਹਨ ਉਪਰੰਤ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਬਲੇ ਜਨਮ ਦਾ ਤਪ ਸਥਾਨ ਹੈ ਜਿਹੜਾ ਖੋਜਿਆ ਜਾਵੇ। 1934 ਵਿੱਚ ਬਾਬਾ ਮੋਦਨ ਸਿੰਘ ਜੀ ਉੱਥੋਂ ਚੱਲਦੇ ਨੇ। ਪਰਮੇਸ਼ਰ ਸਤਿਗੁਰ ਆਪੇ ਕਰਨਹਾਰਾ। ਇਹ ਲੋਕਪਾਲ ਦੇ ਸਥਾਨ ਦੇ ਉੱਤੇ ਜਾ ਕੇ ਇਸ਼ਨਾਨ ਕਰਨ ਜਾ ਰਹੇ ਸੀ। ਬਾਬਾ ਮੋਦਨ ਸਿੰਘ ਜੀ ਵੀ ਨੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ, ਉਹ ਵੀ ਉਹਨਾਂ ਦੇ ਨਾਲ ਹੀ ਚੱਲ ਪਏ। ਬਾਬਾ ਮੋਦਨ ਸਿੰਘ ਜੀ ਜਦੋਂ ਚੱਲੇ ਨਾਲ, ਤਾਂ ਜਿਹਨੂੰ ਅੱਜ ਆਪਾਂ ਗੋਬਿੰਦ ਧਾਮ ਕਹਿੰਦੇ ਨੇ, ਉਸ ਸਥਾਨ ਨੂੰ ਘਾਗਰੀਆ ਕਹਿੰਦੇ ਸੀ। ਔਰ ਇੱਕ ਰਾਤ ਉੱਥੇ ਵਿਸ਼ਰਾਮ ਕਰਨ ਉਪਰੰਤ ਫਿਰ ਅੱਗੇ ਸ੍ਰੀ ਲੋਕਪਾਲ ਜੀ ਜਾਂਦੇ ਸੀ, ਜਿਹਨੂੰ ਕਿ ਅੱਜ ਹੇਮਕੁੰਟ ਸਾਹਿਬ ਕਿਹਾ ਜਾਂਦਾ ਹੈ। तेरी सेवक मांग तेरे दर्शन को बतलारा तेरी सेवा। 1937 ਦੇ ਵਿੱਚ ਜਿਹੜਾ ਹੈਗਾ ਉਹ ਪਹਿਲਾ ਪ੍ਰਕਾਸ਼ ਹੁੰਦਾ ਹੈ ਸ੍ਰੀ ਹੇਮਕੁੰਟ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਦਾ, ਔਰ ਭਾਈ ਨੰਦਾ ਸਿੰਘ ਪਹਿਲੇ ਗ੍ਰੰਥੀ ਬਣਾਏ ਜਾਂਦੇ ਨੇ। ਸੋ 1945 ਦੇ ਵਿੱਚ ਜਥਾ ਜਿਹੜਾ ਹੈਗਾ ਇੱਕ 22 ਕੇ 25 ਮੈਂਬਰਾਂ ਦਾ ਜਿਹੜਾ ਹੈਗਾ ਉਹ ਪੰਜਾਬ ਦੇ ਅੰਮ੍ਰਿਤਸਰ ਤੋਂ ਹੀ ਬਾਬਾ ਮੋਦਨ ਸਿੰਘ ਜੀ ਦੇ ਨਾਲ ਚੱਲਿਆ ਸੀ। ਉਸ ਤੋਂ ਉਪਰੰਤ ਜਿਹੜੇ ਹੈਗੇ ਜਥੇ ਕੰਟੀਨਿਊਲੀ ਜਿਹੜੇ ਹੈਗੇ ਉਹ ਚੱਲਦੇ ਰਹੇ। 50 ਲੋਕ, 25 ਲੋਕ, 30 ਲੋਕ, 40 ਲੋਕ, ਇੱਦਾਂ ਹੌਲੀ ਹੌਲੀ ਆਉਂਦੇ ਰਹੇ। ਸੰਸਾਰ ਦਾ ਪਹਿਲਾ ਟਰਸਟ ਹੈ ਕਿ ਜਿਹਦੀ ਵਰਲਡ ਦੇ ਵਿੱਚ ਕੋਈ ਅਗਰਾਹੀ ਨਹੀਂ ਹੈ। ਸਿਰਫ ਕਣਕ ਦੀ ਸੇਵਾ ਹੁੰਦੀ ਆ। ਬਾਬਾ ਨਿਧਾਨ ਸਿੰਘ ਜੀ ਧੂਰੀ ਵਾਲੇ, ਉਹ ਕਾਫੀ ਸਮੇਂ ਤੋਂ ਪਹਿਲਾਂ ਉਹ ਜਨਰੇਟਰਾਂ ਦੀ ਸੇਵਾ ਲੱਗੇ ਸੀ ਕਰਨ। ਹੁਣ ਲੰਬੇ ਹੀ ਸਮੇਂ ਤੋਂ ਬਾਬਾ ਨਿਧਾਨ ਸਿੰਘ ਜੀ ਦੁਆਰਾ ਜਿਹੜੀ ਕਣਕ ਦੀ ਸੇਵਾ ਮਾਲਵੇ ਇਲਾਕੇ ਤੋਂ ਕੀਤੀ ਜਾਂਦੀ ਹੈ। ਅਤੇ ਮਾਲਪੁਰ ਇਲਾਕੇ ਤੋਂ ਜਿਹੜੇ ਬਾਬਾ ਜਰਨੈਲ ਸਿੰਘ ਸੀ, ਹੁਣ ਉਹ ਪਿਛਲੇ ਸਾਲ ਸੁਰਗਵਾਸ ਹੋ ਗਏ ਨੇ। ਹੁਣ ਅੱਗੇ ਉਹਨਾਂ ਦਾ ਜਥਾ ਜਿਹੜੀ ਕਣਕ ਇਕੱਤਰ ਕਰਕੇ ਭੇਜ ਰਿਹਾ ਸਾਨੂੰ ਦੁਆਬੇ ਤੋਂ ਔਰ ਮਾਝੇ ਵਾਲੇ ਖੇਤਰ ਤੋਂ। ਉਸ ਤੋਂ ਬਿਨਾਂ ਬਾਜਪੁਰ ਖੇਤਰ ਤੋਂ ਜਿਹੜਾ ਪਹਾੜੀ ਆਪਣਾ ਹੈਗਾ ਉੱਤਰਾਖੰਡ ਦਾ, ਉਸ ਤੋਂ ਬਾਅਦ ਜਿਹੜੀ ਹੈਗੀ ਇੱਕ ਸੇਵਾ ਸਾਨੂੰ ਉੱਧਰੋਂ ਆਉਂਦੀ ਹੈ। ਇਸ ਤੋਂ ਬਿਨਾਂ ਸੰਸਾਰ ਦੇ ਵਿੱਚ ਸਾਡੀ ਟਰਸਟ ਦੀ ਕਿਤੇ ਵੀ ਕੋਈ ਕਾਪੀ ਜਾਂ ਆਪਣਾ ਕੋਈ ਕਹਿ ਲਈਏ ਰਸੀਦ ਬੁੱਕ ਲੈ ਕੇ ਕਿਤੇ ਵੀ ਕੋਈ ਉਗਰਾਹੀ ਨਹੀਂ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਦਤ ਜਿਹੇ ਬਿਦ ਮੋਹਿ ਆਨੋ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਲਈ ਦੇਸ਼ ਵਿਦੇਸ਼ ਤੋਂ ਹਰ ਸਾਲ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ। ਸੋ ਅੱਜ ਜਾਣਾਂਗੇ ਕਿ ਸ੍ਰੀ ਹੇਮਕੁੰਟ ਸਾਹਿਬ ਕਦੋਂ ਹੋਂਦ ਦੇ ਵਿੱਚ ਆਈ ਸੀ ਇਹ ਪਵਿੱਤਰ ਅਸਥਾਨ ਅਤੇ ਕਦੋਂ ਪਹਿਲੀ ਸੇਵਾ ਸ਼ੁਰੂ ਹੋਈ ਸੀ। ਸੋ ਸਾਡੇ ਨਾਲ ਇਸ ਵੇਲੇ ਉਚੇਚੇ ਤੌਰ ਤੇ ਮੌਜੂਦ ਨੇ ਸਰਦਾਰ ਸੇਵਾ ਸਿੰਘ ਜੀ, ਮੈਨੇਜਰ ਗੋਬਿੰਦਘਾਟ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੇਵਾ ਸਿੰਘ ਜੀ, ਸਭ ਤੋਂ ਪਹਿਲਾਂ ਜਾਣਾਂਗੇ ਕਿ ਹੇਮਕੁੰਟ ਸਾਹਿਬ ਕਦੋਂ ਹੋਂਦ ਦੇ ਵਿੱਚ ਇਹ ਜਿਹੜੀ ਜਗ੍ਹਾ ਆਈ ਸੀ ਜੀ। ਸਾਰੀ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਿੱਤਰ ਨਾਟਕ ਵਿੱਚ ਲਿਖਿਆ ਹੋਇਆ ਸ਼ਲੋਕ ਉਚਾਰਨ ਕੀਤਾ ਹੈ ਕਿ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਤੈ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ। ਸੋ ਗੁਰੂ ਸਾਹਿਬ ਜੀ ਨੇ ਦਸਮ ਗ੍ਰੰਥ ਦੇ 6ਵੇਂ ਬਚਿੱਤਰ ਨਾਟਕ ਦੇ 6ਵੇਂ ਅਧਿਆਇ ਵਿੱਚ ਆਪਣੇ ਪੂਰਬਲੇ ਜਨਮ ਦੀ ਕਥਾ ਲਿਖੀ ਹੈ, ਜਿਸ ਨੂੰ ਕਿ ਉਹਨਾਂ ਦੇ ਮਾਤ ਲੋਕ ਤੋਂ ਜਾਣ ਤੋਂ ਉਪਰੰਤ ਸਿੱਖ ਸਮੁਦਾਇ ਜਿਹੜੀ ਹੈਗੀ ਹੈ ਉਹਦੀ ਖੋਜ ਦੇ ਉੱਤੇ ਲੱਗ ਗਈ ਸੀ। ਗੁਰੂ ਸਾਹਿਬ ਦਾ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਪਟਨਾ ਸਾਹਿਬ ਤੋਂ ਜਾ ਕੇ ਪੰਜਾਬ ਦੇ ਵਿੱਚ ਬਤੀਤ ਹੋਇਆ ਹੈ। ਅਨੰਦਪੁਰ ਦੀ ਧਰਤੀ 'ਤੇ ਉਹਨਾਂ ਨੇ ਬਹੁਤ ਸਮਾਂ ਬਤੀਤ ਕੀਤਾ ਹੈ, ਜੰਗਾਂ ਯੁੱਧਾਂ ਲੜੀਆਂ ਨੇ। ਤੋ ਜਿਹੜੇ ਖੋਜੀ ਸੀ, ਪੱਤਰਕਾਰ ਵੀਰ ਸੀ, ਜਾਂ ਉਸ ਸਮੇਂ ਦੇ ਕਹਿ ਲਈ ਆਪਾਂ ਇਤਿਹਾਸਕਾਰ ਸੀ, ਉਹਨਾਂ ਦਾ ਜ਼ਿਆਦਾ ਧਿਆਨ ਜਿਹੜਾ ਹੈਗਾ ਉਹ ਹਿਮਾਚਲ ਔਰ ਜੰਮੂ ਕਸ਼ਮੀਰ 'ਤੇ ਰਿਹਾ ਹੈ।
ਸੋ ਖੋਜ ਪਹਿਲਾਂ ਤੋਂ ਹੀ ਹੁੰਦੀ ਰਹੀ ਹੈ ਗੁਰੂ ਸਾਹਿਬ ਦੇ ਜਾਣ ਤੋਂ ਉਪਰੰਤ ਹੀ, ਲੇਕਿਨ ਖੋਜ ਦਾ ਜਿਹੜਾ ਸਥਾਨ ਹੈਗਾ ਏ ਉਹ ਹਿਮਾਚਲ ਔਰ ਜੰਮੂ ਕਸ਼ਮੀਰ ਰਿਹਾ ਏ। ਉੱਤਰਾਖੰਡ ਵੱਲ ਕਿਸੇ ਦਾ ਕੋਈ ਖਾਸ ਧਿਆਨ ਨਹੀਂ ਸੀ। 1885 ਦੇ ਵਿੱਚ ਪੰਡਿਤ ਤਾਰਾ ਸਿੰਘ ਨਰੋਤਮ ਜੀ ਬਦਰੀਨਾਥ ਜਦੋਂ ਆਉਂਦੇ ਨੇ ਤਾਂ ਉਹ ਬਦਰੀਨਾਥ ਆ ਕੇ, ਕਿਉਂਕਿ ਉਹ ਵੀ ਜਿਹੜੇ ਨਿਰਮਲੇ ਸਾਧੂ ਸੀ, ਉਹ ਬਦਰੀਨਾਥ ਤੋਂ ਇੱਕ ਟਰੈਕ ਆਉਂਦਾ ਵੈਲੀ ਆਫ ਫਲਾਵਰ ਔਰ ਨੀਤੀਮਾਣਾ ਨੂੰ ਨਿਕਲਦਾ ਹੈ। ਤੋ ਇੱਕ ਛੋਟੀ ਕਿਤਾਬ ਹੈ, ਉਹਦੇ ਵਿੱਚ ਇੱਕ ਲਿਖਤ ਵੀ ਆਉਂਦੀ ਹੈਗੀ ਹੈ ਕਿ ਤਾਰਾ ਸਿੰਘ ਨਰੋਤਮ ਜੀ ਨੇ ਹੇਮਕੁੰਟ ਸਾਹਿਬ ਬਾਰੇ ਲਿਖਿਆ ਹੈ, ਬਟ ਉਹ ਜਸਟੀਫਾਈ ਨਹੀਂ ਕਰ ਪਾਏ। ਉਸ ਤੋਂ ਬਾਅਦ ਬਾਬਾ ਮੋਦਨ ਸਿੰਘ ਜੀ ਜਿਹੜੇ ਕਿ ਬੰਗਾਲ ਇੰਜੀਨੀਅਰ ਦੇ ਵਿੱਚ ਹਵਾਲਦਾਰ ਦੀ ਹਵਾਲਦਾਰ ਦੇ ਤੌਰ 'ਤੇ ਸੇਵਾ ਨਿਭਾਉਂਦੇ ਸੀ ਆਰਮੀ ਦੇ ਵਿੱਚ, ਉਹ ਰਿਟਾਇਰ ਹੋਣ ਉਪਰੰਤ ਮਨਸੂਰੀ ਗੁਰਦੁਆਰੇ ਦੇ ਵਿੱਚ ਗ੍ਰੰਥੀ ਲੱਗ ਜਾਂਦੇ ਨੇ। ਉਹਨਾਂ ਦੇ ਮਨ ਵਿੱਚ ਇੱਕ ਚੇਸ਼ਟਾ ਜਾਗਦੀ ਹੈ ਬਚਿੱਤਰ ਨਾਟਕ ਨੂੰ ਪੜ੍ਹਨ ਉਪਰੰਤ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਬਲੇ ਜਨਮ ਦਾ ਤਪ ਸਥਾਨ ਹੈ ਜਿਹੜਾ ਖੋਜਿਆ ਜਾਵੇ। 1934 ਵਿੱਚ ਬਾਬਾ ਮੋਦਨ ਸਿੰਘ ਜੀ ਉੱਥੋਂ ਚੱਲਦੇ ਨੇ। ਔਰ ਮੈਂ ਇੱਕ ਹੋਰ ਛੋਟੀ ਜਿਹੀ ਗੱਲ ਦੱਸ ਦੇਣਾ ਚਾਹੁੰਦਾ ਕਿ ਬਾਬਾ ਮੋਦਨ ਸਿੰਘ ਜੀ ਪੰਜਾਬ ਦੇ ਲੁਧਿਆਣੇ ਪਿੰਡ ਤੋਂ ਬਿਲੋਂਗ ਕਰਦੇ ਸੀ। ਲੁਧਿਆਣੇ ਦੇ ਨਾਲ ਖੰਨਾ ਹੈ, ਖੰਨੇ ਦੇ ਰਹਾਉਣ ਪਿੰਡ ਤੋਂ ਵਸਨੀਕ ਸਨ ਉਹ। ਤੋ ਇੱਥੇ ਆਉਂਦੇ ਨੇ ਅਗਸਤ ਮਹੀਨੇ ਦੇ ਵਿੱਚ ਪਾਂਡੂਕੇਸ਼ਰ ਪਿੰਡ ਪਹੁੰਚਦੇ ਨੇ। ਪਾਂਡੂਕੇਸ਼ਰ ਦੇ ਲੋਕ ਜਿਹੜੇ ਇੱਥੇ ਉਸ ਸਮੇਂ ਕੀ ਹੈ ਕਿ ਜ਼ਿਆਦਾ ਜਿਹੜੀ ਹੈਗੀ ਜਨਜਾਤੀ ਜਿਹੜੀ ਭੋਟੀਆ ਵਾਸੀ ਸੀ, ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਜਾਂ ਹੋਰ ਸਰ ਜਗ੍ਹਾ ਅਲੱਗ-ਅਲੱਗ ਜਾਤਾਂ ਹੁੰਦੀਆਂ ਨੇ। ਤੋ ਇੱਥੇ ਦੀ ਜਿਹੜੀ ਲੋਕਲ ਵਸੋਂ ਸੀ ਇਹ ਹੇਮਕੁੰਟ ਸਾਹਿਬ, ਜਿਹਨੂੰ ਕਿ ਆਪਣੇ ਸ਼ਬਦਾਂ ਦੇ ਵਿੱਚ ਲੋਕਪਾਲ ਦਾ ਨਾਂ ਦਿੰਦੇ ਨੇ, ਇਹ ਲੋਕਪਾਲ ਦੇ ਸਥਾਨ ਦੇ ਉੱਤੇ ਜਾ ਕੇ ਇਸ਼ਨਾਨ ਕਰਨ ਜਾ ਰਹੇ ਸੀ। ਤੋ ਬਾਬਾ ਮੋਦਨ ਸਿੰਘ ਜੀ ਵੀ ਨੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ, ਉਹ ਵੀ ਉਹਨਾਂ ਦੇ ਨਾਲ ਹੀ ਚੱਲ ਪਏ। ਬਾਬਾ ਮੋਦਨ ਸਿੰਘ ਜੀ ਜਦੋਂ ਚੱਲੇ ਨਾਲ ਤਾਂ ਜਿਹਨੂੰ ਅੱਜ ਆਪਾਂ ਗੋਬਿੰਦ ਧਾਮ ਕਹਿੰਦੇ ਨੇ, ਉਸ ਸਥਾਨ ਨੂੰ ਘਾਗਰੀਆ ਕਹਿੰਦੇ ਸੀ। ਔਰ ਇੱਕ ਰਾਤ ਉੱਥੇ ਵਿਸ਼ਰਾਮ ਕਰਨ ਉਪਰੰਤ ਫਿਰ ਅੱਗੇ ਸ਼੍ਰੀ ਲੋਕਪਾਲ ਜੀ ਜਾਂਦੇ ਸੀ, ਜਿਹਨੂੰ ਕਿ ਅੱਜ ਹੇਮਕੁੰਟ ਸਾਹਿਬ ਕਿਹਾ ਜਾਂਦਾ ਹੈ। ਤੋ ਬਾਬਾ ਮੋਦਨ ਸਿੰਘ ਜੀ ਵੀ ਉਹਨਾਂ ਦੇ ਨਾਲ ਹੀ ਚੱਲ ਪਏ। ਉੱਥੇ ਜਾ ਕੇ, ਕਿਉਂਕਿ ਪੁਰਾਤਨ ਸਮਾਂ ਸੀ, 1934 ਦੀ ਘਟਨਾ ਹੈਗੀ ਹੈ, ਉਦੋਂ ਇੰਨਾ ਜਿਹੜਾ ਹੈਗਾ ਉਹ ਵਾਤਾਵਰਨ ਵੀ ਖਰਾਬ ਨਹੀਂ ਸੀ ਹੈਗਾ। ਬਰਫ਼ ਉਦੋਂ ਵੀ ਜਿਹੜੀ ਹੈਗੀ ਆ ਕੁੰਡ ਦੇ ਵਿੱਚ ਜੰਮੀ ਹੋਈ ਸੀ ਪ੍ਰੋਪਰ, ਇੱਕ ਜਗ੍ਹਾ ਹੀ ਥੋੜ੍ਹਾ ਇਸ਼ਨਾਨ ਕਰਨ ਨੂੰ ਜਗ੍ਹਾ ਸੀ। ਤੋ ਜਦੋਂ ਉਹਨਾਂ ਨੇ ਚਾਰ ਚੁਫੇਰੇ ਜਿਹੜੀ ਹੈ ਨਿਗਾਹ ਮਾਰੀ ਤਾਂ ਉਹਨਾਂ ਨੂੰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਆਪਣੇ ਪੂਰਬਲੇ ਜਨਮ ਦੇ ਬਾਰੇ ਲਿਖਿਆ ਹੋਇਆ ਸੀ, ਉਹ ਸਾਰੇ ਸਿੰਪਟਮ ਹੈਗੇ ਜਿਹੜੇ ਉਹ ਦਿਸਦੇ ਨਜ਼ਰ ਆਏ। ਇਹ ਕੋਈ ਪੁਖਤਾ ਨਹੀਂ ਹੈ, ਪਰੰਤੂ ਸਬੂਤ ਹੈਗੇ ਨੇ, ਕਿਉਂਕਿ ਭਾਈ ਨੰਦਾ ਸਿੰਘ ਜੀ ਜਿਹੜੇ ਇੱਥੋਂ ਦੇ ਲੋਕਲ ਸੀ, ਉਹਨਾਂ ਨੇ ਵੀ ਦੱਸਿਆ ਸੀ ਕਿ ਉਹ ਇੱਕ ਰਾਤ ਫਿਰ ਗੋਬਿੰਦ ਧਾਮ ਹੀ ਰੁਕ ਗਏ, ਜਿਹਨੂੰ ਘਾਗਰੀਆ ਕਹਿੰਦੇ ਨੇ। ਔਰ ਨੈਕਸਟ ਡੇ ਫਿਰ ਉਹ ਸ਼੍ਰੀ ਹੇਮਕੁੰਟ ਸਾਹਿਬ ਪਹੁੰਚੇ ਨੇ। ਔਰ ਉਹਨਾਂ ਨੂੰ ਆਭਾਸ ਹੋਇਆ, ਜਾਂ ਕਹਿ ਲਓ ਕਿ ਆਕਾਸ਼ ਤੋਂ ਜਾਂ ਗੁਰੂ ਸਾਹਿਬ ਵੱਲੋਂ ਹੀ ਕੋਈ, ਇਹ ਮੈਂ ਜਸਟੀਫਾਈ ਨਹੀਂ ਕਰ ਸਕਦਾ, ਲੇਕਿਨ ਸੁਣੀ ਸੁਣਾਈ ਹੈ ਕਿ ਉਹਨਾਂ ਨੂੰ ਆਭਾਸ ਹੋਇਆ ਕਿ ਜਿਸ ਜਗ੍ਹਾ ਦੀ ਖੋਜ ਵਿੱਚ ਭਾਈ ਤੂੰ ਆਇਆ ਇਹ ਉਹੀ ਜਗ੍ਹਾ ਹੈਗੀ ਹੈ। ਸੋ ਬਾਬਾ ਮੋਦਨ ਸਿੰਘ ਜੀ ਉੱਥੋਂ ਵਾਪਸ ਆ ਕੇ ਉਸ ਸਮੇਂ ਜਿਹੜੇ ਸਿੱਖ ਕੌਮ ਦੇ ਵਿੱਚ ਮਹਾਨ ਵਿਦਵਾਨ ਸੀ, ਜਾਂ ਜਿਵੇਂ ਅੱਜ ਕੱਲ੍ਹ ਜਥੇਦਾਰ ਸਾਹਿਬ ਨੇ ਸਾਡੇ ਮਹਾਨ ਨੇ, ਜਾਂ ਹੋਰ ਸਿੱਖ ਵਿਦਵਾਨ ਨੇ, ਸਾਰੇ ਲਿਖਾਰੀ ਨੇ, ਉਸ ਸਮੇਂ ਸਾਡੇ ਸਿੱਖ ਕੌਮ ਦੇ ਵਿੱਚ ਭਾਈ ਵੀਰ ਸਿੰਘ ਨੂੰ ਉੱਚ ਸਥਾਨ ਪ੍ਰਾਪਤ ਸੀ। ਸੋ 1934 ਦੇ ਵਿੱਚ ਬਾਬਾ ਮੋਦਨ ਸਿੰਘ ਜੀ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਭਾਈ ਵੀਰ ਸਿੰਘ ਜੀ ਨੂੰ ਮਿਲਦੇ ਨੇ ਔਰ ਉਹਨਾਂ ਨੂੰ ਦੱਸਦੇ ਨੇ ਕਿ ਇਹ ਸਿਚੁਏਸ਼ਨ ਹੈਗੀ ਆ, ਇੱਦਾਂ ਦੀਆਂ ਸਥਿਤੀਆਂ ਨੇ, ਔਰ ਉੱਥੇ ਬਰਫ਼ ਨਾਲ ਢਕਿਆ ਹੋਇਆ ਕੁੰਡ ਹੈ ਔਰ ਮੈਂ ਉਹਦੇ ਵਿੱਚ ਇਸ਼ਨਾਨ ਕਰਕੇ ਆਇਆ। ਅਤੇ ਜੋ ਬਚਿੱਤਰ ਨਾਟਕ ਦੇ ਵਿੱਚ ਉਹ ਮੈਨੂੰ ਸਾਰੇ ਸਿੰਪਟਮ ਜਿਹੜੇ ਹੈਗੇ ਨੇ ਉਹ ਨਜ਼ਰ ਆਉਂਦੇ ਨੇ। ਭਾਈ ਵੀਰ ਸਿੰਘ ਜੀ ਉਸ ਸਮੇਂ ਥੋੜ੍ਹੇ ਬਜ਼ੁਰਗ ਹੋ ਚੁੱਕੇ ਸੀ, ਤਾਂ ਉਹਨਾਂ ਨੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਉਪਰੰਤ ਕਮਿਟਮੈਂਟ ਕੀਤੀ ਕਿ ਆਪ ਜਾਓ ਔਰ ਜਾ ਕੇ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਤਿਆਰ ਕਰੋ, ਗੁਰੂ ਸਾਹਿਬ ਦੀ ਯਾਦਗਾਰ ਬਣਾਓ, ਪੈਸੇ ਵੱਲੋਂ ਕੋਈ ਚਿੰਤਾ ਨਹੀਂ ਕਰਨੀ ਹੈਗੀ, ਉਹ ਮੈਂ ਆਪ ਜੀ ਦੀ ਮਦਦ ਕਰਾਂਗਾ। ਤੋ ਇਹ ਲਿਖਤ ਦੇ ਵਿੱਚ ਹੈਗੀ ਹੈ ਕਿ ਭਾਈ ਵੀਰ ਸਿੰਘ ਜੀ ਨੇ 1935 ਦੇ ਵਿੱਚ 2000 ਰੁਪਈਆ ਚਮੋਲੀ ਡਾਕ ਘਰ ਦੇ ਵਿੱਚ ਬਾਬਾ ਮੋਦਨ ਸਿੰਘ ਜੀ ਦੇ ਨਾਂ ਭੇਜਿਆ, ਜਿਹੜੀ ਕਿ ਅੱਜ ਦੇ ਜ਼ਮਾਨੇ ਵਿੱਚ ਦੇਖਿਆ ਜਾਏ ਕਿ ਬਹੁਤ ਵੱਡੀ ਰਕਮ ਸੀ ਇੱਕ ਉਹ। ਤੋ ਬਾਬਾ ਮੋਦਨ ਸਿੰਘ ਜੀ ਚਮੋਲੀ ਆ ਪਹੁੰਚੇ, ਕਿਉਂਕਿ ਉਸ ਸਮੇਂ ਬੱਸ ਜਿਹੜੀ ਹੈਗੀ ਆ ਜਾਂ ਛੋਟੀ ਕੋਈ ਵੀ ਜੀਪ ਵਗੈਰਾ ਹੈਗੀ ਉਹ ਚਮੋਲੀ ਤੱਕ ਹੀ ਆਉਂਦੀ ਸੀ, ਚਮੋਲੀ ਤੋਂ ਅੱਗੇ ਸਾਰਾ ਪੈਦਲ ਆਉਣਾ ਪੈਂਦਾ ਸੀ। 1935 ਵਿੱਚ ਪੈਸੇ ਆ ਜਾਂਦੇ ਨੇ, ਤੋ ਬਾਬਾ ਮੋਦਨ ਸਿੰਘ ਜੀ ਇੱਥੇ ਪਹੁੰਚਦੇ ਨੇ, ਉਹ ਆਪਣੇ ਨਾਲ ਇੱਕ ਦੋ ਸਿੰਘ ਹੋਰ ਲੈ ਕੇ ਆਉਂਦੇ ਨੇ। ਤੋ ਇੱਥੋਂ ਦੇ ਜਿਹੜੇ ਲੋਕਲ ਵਾਸੀ ਨੇ ਪਾਂਡੂਕੇਸ਼ਰ ਪਿੰਡ ਦੇ ਹਿਆਤ ਸਿੰਘ ਭੰਡਾਰੀ, ਉਹਨਾਂ ਨਾਲ ਉਹ ਡਿਸਕਸ਼ਨ ਕਰਦੇ ਨੇ, ਤਾਲਮੇਲ ਬਣਾਉਂਦੇ ਨੇ। ਤੋ ਉਸ ਪੈਸੇ ਦੇ ਨਾਲ ਇੱਕ ਗੁਰਦੁਆਰਾ ਸਾਹਿਬ 1936 ਦੇ ਵਿੱਚ ਤਿਆਰ ਹੋ ਜਾਂਦਾ ਹੈ, 10 ਫੁੱਟ ਬਾਈ 10 ਫੁੱਟ ਦਾ ਪੱਥਰਾਂ ਦਾ, ਔਰ ਉਹਦੇ ਉੱਤੇ ਟੀਨਾ ਪਾ ਕੇ ਉਹਨੂੰ ਜਿਹੜਾ ਹੈਗਾ ਇੱਕ ਪਹਾੜੀ ਨੁਮਾ ਝੌਂਪੜੀ ਜਿਵੇਂ ਕਹਿੰਦੇ ਆ ਉਹ ਤਿਆਰ ਕੀਤੀ ਜਾਂਦੀ ਹੈ ਹੇਮਕੁੰਟ ਸਾਹਿਬ ਦੇ ਵਿੱਚ, ਔਰ ਉਹਦੇ ਅੱਗੇ ਇੱਕ ਛੋਟਾ ਬਰਾਂਡਾ ਪਾ ਦਿੱਤਾ ਜਾਂਦਾ ਹੈ। 36 ਵਿੱਚ ਇਹ ਤਿਆਰ ਕਰਨ ਉਪਰੰਤ ਬਾਬਾ ਮੋਦਨ ਸਿੰਘ ਜੀ ਫਿਰ ਭਾਈ ਵੀਰ ਸਿੰਘ ਕੋਲ ਪਹੁੰਚਦੇ ਆ, ਔਰ ਭਾਈ ਵੀਰ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹਨਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈਗਾ ਉਹ ਬੜੀ ਸ਼ਰਧਾ ਪੂਰਵਕ 5 ਪਿਆਰਿਆਂ ਦੀ ਅਗਵਾਈ ਵਿੱਚ ਉਹ ਸੌਂਪਦੇ ਨੇ ਕਿ ਭਾਈ ਜਾ ਕੇ ਤੁਸੀਂ ਉੱਥੇ ਪ੍ਰਕਾਸ਼ ਕਰੋ। ਉਹਨਾਂ ਦੇ ਨਾਲ 7 ਸਿੰਘ ਆਉਂਦੇ ਨੇ,
ਚਮੋਲੀ ਤੱਕ ਉਹ ਜੀਪ ਜਾਂ ਕੋਈ ਵੀ ਵਹੀਕਲ ਸੀ ਉਦੋਂ ਜਿਹੜਾ ਉਹਦੇ ਵਿੱਚ ਆਉਂਦੇ ਨੇ। ਉਸ ਤੋਂ ਉਪਰੰਤ ਸਿੰਘ ਜਿਹੜੇ ਹੈਗੇ ਆ ਉਹ ਵਾਰੀ-ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਦੇ ਉੱਤੇ ਲੈ ਕੇ ਗੋਬਿੰਦ ਘਾਟ ਪਹੁੰਚਦੇ ਨੇ। 2 ਸਾਲਾਂ ਦੇ ਵਿੱਚ ਭਾਈ ਬਾਬਾ ਮੋਦਨ ਸਿੰਘ ਜੀ ਦੇ ਮਿੱਤਰ ਭਾਈ ਨੰਦਾ ਸਿੰਘ, ਜਿਹੜੇ ਕਿ ਸਭ ਤੋਂ ਪਹਿਲਾਂ ਹੈੱਡ ਗ੍ਰੰਥੀ ਇੱਥੋਂ ਦੇ ਬਣੇ ਨੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ, ਉਹ ਪੁਲਨਾ ਪਿੰਡ ਤੋਂ ਵਸਨੀਕ ਸੀ। ਔਰ 2 ਸਾਲਾਂ ਵਿੱਚ ਬਾਬਾ ਮੋਦਨ ਸਿੰਘ ਜੀ ਨੇ ਉਹਨਾਂ ਨੂੰ ਪੰਜਾਬੀ ਜਿਹੜੀ ਹੈਗੀ ਗੁਰਮੁਖੀ ਹੌਲੀ-ਹੌਲੀ ਸਿਖਾ ਦਿੱਤੀ ਗਈ ਸੀ। ਔਰ ਇਹ ਗੁਰੂ ਦੀ ਉਹ ਕਿਰਪਾ ਹੈਗੀ ਕਿ ਜਿਸ ਇਨਸਾਨ ਨੂੰ ਇੰਨਾ ਵੱਡਾ ਰੁਤਬਾ ਮਿਲਣਾ ਹੈ ਤਾਂ ਕਲਗੀਧਰ ਪਾਤਸ਼ਾਹ ਆਪ ਵਸਦੇ ਨੇ, ਤਾਂ ਜਿਹੜੀ ਬਾਣੀ ਆ ਸਰਸਵਤੀ ਦਾ ਬਾਸ ਸਮਝ ਲਓ ਉਹਨਾਂ 'ਤੇ ਹੋ ਗਿਆ ਔਰ ਉਹਨਾਂ ਨੇ ਗੁਰਮੁਖੀ ਸਿੱਖ ਲਈ। 1937 ਦੇ ਵਿੱਚ ਜਿਹੜਾ ਹੈਗਾ ਉਹ ਪਹਿਲਾ ਪ੍ਰਕਾਸ਼ ਹੁੰਦਾ ਹੈ ਸ਼੍ਰੀ ਹੇਮਕੁੰਟ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਦਾ, ਔਰ ਭਾਈ ਨੰਦਾ ਸਿੰਘ ਪਹਿਲੇ ਗ੍ਰੰਥੀ ਬਣਾਏ ਜਾਂਦੇ ਨੇ। ਸੋ ਉਸ ਤੋਂ ਬਾਅਦ ਹੌਲੀ-ਹੌਲੀ 1937 ਤੋਂ ਲੈ ਕੇ 60 ਤੱਕ ਬਾਬਾ ਮੋਦਨ ਸਿੰਘ ਜੀ ਕੰਮ ਕਰਦੇ ਰਹੇ ਨੇ। ਉਹਨਾਂ ਨਾਲ ਬਾਬਾ ਗੁਰਮੁਖ ਸਿੰਘ ਜੀ ਲੁਧਿਆਣੇ ਵਾਲੇ ਜੁੜੇ, ਹੋਰ ਸੰਗਤਾਂ ਜੁੜੀਆਂ। ਤੋਂ ਹੌਲੀ-ਹੌਲੀ ਫਿਰ ਇਹ ਜਿਵੇਂ ਗੋਬਿੰਦ ਧਾਮ ਦਾ ਸਥਾਨ ਬਣਿਆ, ਫਿਰ ਗੋਬਿੰਦ ਘਾਟ ਦਾ ਸਥਾਨ ਬਣਿਆ, ਫਿਰ ਜੋਸ਼ੀਮਠ ਦਾ ਸਥਾਨ ਬਣਿਆ। 1960 ਦੇ ਵਿੱਚ ਇੱਕ ਟਰਸਟ ਬਣਾ ਦਿੱਤਾ ਜਾਂਦਾ ਹੈ ਬਾਬਾ ਮੋਦਨ ਸਿੰਘ ਜੀ ਦੁਆਰਾ, ਜਿਸ ਦਾ ਨਾਂ ਰੱਖਿਆ ਗਿਆ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ, ਜਿਸ ਦੇ ਕਿ ਉਹ ਪ੍ਰਧਾਨ ਬਣੇ ਨੇ। ਔਰ ਉਹਦੇ ਵਿੱਚ 7 ਟਰਸਟੀ ਲਏ ਗਏ ਨੇ। ਸਰਦਾਰ ਜੋਗਿੰਦਰ ਸਿੰਘ ਮਾਨ ਬਾਬਾ ਗੁਰਮੁਖ ਸਿੰਘ ਜੀ ਲੁਧਿਆਣੇ ਤੋਂ, ਸਰਦਾਰ ਸ਼ਮਸ਼ੇਰ ਸਿੰਘ ਜੀ ਜਨਰਲ ਸੈਕਟਰੀ ਆਪਣਾ ਇੱਥੋਂ ਕਾਨਪੁਰ ਤੋਂ ਹੋਏ ਨੇ ਜੀ। ਉਸ ਤੋਂ ਬਾਅਦ ਬਿੰਦਰਾ ਜੀ ਜਿਹੜੇ ਕਿ ਬਹੁਤ ਹੀ ਸਤਿਕਾਰਯੋਗ ਸੀ ਸਾਡੇ ਬਜ਼ੁਰਗ ਰਿਸ਼ੀਕੇਸ਼ ਤੋਂ, ਸਰਦਾਰ ਗੁਰਬਖਸ਼ ਸਿੰਘ ਬਿੰਦਰਾ ਜੀ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਕਾਰਨ ਇਹ ਸੀ ਕਿ ਉਹ ਲੋਕਲ ਰਿਸ਼ੀਕੇਸ਼ ਰਹਿੰਦੇ ਸੀ ਔਰ ਲੋਕਲ ਬੰਦਾ ਹੀ ਸਾਰਾ ਕੁਝ ਕਰ ਸਕਦਾ ਹੈ। ਤੋ ਸਰਦਾਰ ਗੁਰਬਖਸ਼ ਸਿੰਘ ਬਿੰਦਰਾ ਜੀ ਦਾ ਇਹ ਰਿਹਾ ਕਿ ਬਾਬਾ ਮੋਦਨ ਸਿੰਘ ਜੀ ਨਾਲ ਮੋਢਾ ਜੋੜ ਕੇ ਉਹਨਾਂ ਨੇ ਜਿੰਨੀਆਂ ਵੀ ਜਗ੍ਹਾ ਨੇ ਉੱਤਰਾਖੰਡ ਦੇ ਵਿੱਚ, ਉਹ ਸਾਰੀਆਂ ਕਿਸੇ ਨਾ ਕਿਸੇ ਢੰਗ ਨਾਲ ਬਹੁਤ ਰੀਜ਼ਨੇਬਲ ਰੇਟ 'ਤੇ ਜਾਂ ਸਰਕਾਰ ਕੋਲੋਂ ਗੁਰਦੁਆਰਾ ਸਾਹਿਬ ਨੂੰ ਲਈਆਂ ਨੇ। ਸੋ ਇਸ ਤਰ੍ਹਾਂ 7 ਟਰਸਟੀ ਜਿਹੜੇ ਹੋਏ ਨੇ ਔਰ ਉਹ ਟਰਸਟ ਦੀ ਜਿਹੜੀ ਹੈਗੀ ਆ ਉਹ ਸਥਾਪਨਾ ਹੋ ਗਈ। ਸਭ ਤੋਂ ਪਹਿਲਾ ਜਥਾ ਇੱਥੇ ਕਦੋਂ ਪਹੁੰਚਦਾ ਹੈ, ਸੰਗਤ ਕਦੋਂ ਪਹੁੰਚਦੀ ਹੈ ਹੇਮਕੁੰਟ ਸਾਹਿਬ? ਸਭ ਤੋਂ ਪਹਿਲਾ ਜਥਾ ਜਿਹੜਾ ਗਜ਼ਟ ਹੈਗਾ ਹੈ ਉਹਦੇ ਵਿੱਚ 1945 ਦੇ ਵਿੱਚ ਜਥਾ ਆਉਂਦਾ ਹੈ ਸੰਗਤ ਦੇ ਰੂਪ ਵਿੱਚ। ਉਹਦੇ 'ਚ 22, 24, 25 ਮੈਂਬਰ ਹੈਗੇ ਸੀ। ਔਰ ਵੈਸੇ ਬਾਬਾ ਮੋਦਨ ਸਿੰਘ ਜੀ ਦੇ ਨਾਲ, ਕਿਉਂਕਿ ਜਥੇ ਉਦੋਂ ਇੰਨੀ ਜਿਹੜੀਆਂ ਸੜਕੀ ਆਵਾਜਾਈ ਨਹੀਂ ਸੀ, ਸੰਗਤ ਨੂੰ ਚੱਲਣਾ ਬਹੁਤ ਪੈਂਦਾ ਸੀ। ਸੋ 1945 ਦੇ ਵਿੱਚ ਜਥਾ ਜਿਹੜਾ ਹੈਗਾ ਇੱਕ 22 ਕੇ 25 ਮੈਂਬਰਾਂ ਦਾ ਜਿਹੜਾ ਹੈਗਾ ਉਹ ਪੰਜਾਬ ਦੇ ਅੰਮ੍ਰਿਤਸਰ ਤੋਂ ਹੀ ਬਾਬਾ ਮੋਦਨ ਸਿੰਘ ਜੀ ਦੇ ਨਾਲ ਚੱਲਿਆ ਸੀ। ਉਸ ਤੋਂ ਉਪਰੰਤ ਜਿਹੜੇ ਹੈਗੇ ਜਥੇ ਕੰਟੀਨਿਊਲੀ ਜਿਹੜੇ ਹੈਗੇ ਉਹ ਚੱਲਦੇ ਰਹੇ। 50 ਲੋਕ, 25 ਲੋਕ, 30 ਲੋਕ, 40 ਲੋਕ ਇੱਦਾਂ ਹੌਲੀ-ਹੌਲੀ ਆਉਂਦੇ ਰਹੇ ਨੇ। ਪਹਿਲਾ ਰਸਤਾ ਜਿਹੜਾ ਤਿਆਰ ਹੁੰਦਾ, ਜਿਹੜਾ ਹੁਣ ਜਿਸ ਰਸਤੇ ਅਸੀਂ ਜਾਂਦੇ ਹਾਂ, ਇਹ ਰਸਤਾ ਹੀ ਉਸ ਸਮੇਂ ਤਿਆਰ ਹੋਇਆ ਸੀ ਕਿ ਜਾਂ ਇਹ ਸਮੇਂ ਦੇ ਨਾਲ ਬਦਲਦਾ ਗਿਆ ਹੌਲੀ-ਹੌਲੀ? ਨਹੀਂ, ਇਹ ਜਿਹੜਾ ਪੁਲਨਾ ਵਾਲਾ ਰਸਤਾ ਹੈ ਇਹ ਤਾਂ ਪੁਰਾਣਾ ਹੀ ਰਸਤਾ ਸੀ। ਜਿਹੜਾ ਅੱਗੇ ਪੁਲਨਾ ਗੋਬਿੰਦ ਧਾਮ ਜਿਹਨੂੰ ਘਾਗਰੀਆ ਕਹਿੰਦੇ ਸੀ ਇਹ ਲੋਕ ਪਹਿਲਾਂ, ਇਹਦਾ ਜਿਹੜਾ ਹੇਮਕੁੰਟ ਸਾਹਿਬ ਦਾ ਟਰੈਕ ਸੀ ਉਹ ਜਿਹੜੀ ਜਦੋਂ ਆਪਾਂ ਦੇਖਦੇ ਹਾਂ ਉੱਪਰੋਂ ਹੇਮ ਗੰਗਾ ਆਉਂਦੀ ਹੈ, ਉਹ ਹੁਣ ਤਾਂ ਰਸਤਾ ਜਦੋਂ ਆਪਾਂ ਜਾਂਦੇ ਹਾਂ ਤਾਂ ਖੱਬੇ ਹੱਥ ਹੈ, ਉਹ ਲੈਫਟ ਸਾਈਡ ਬਣਿਆ ਹੈ। ਉਦੋਂ ਉਹ ਸੱਜੇ ਹੱਥ ਹੁੰਦਾ ਸੀ ਰਸਤਾ। ਜਿਹੜਾ ਜੰਗਲ ਹੈ ਉਹਨੂੰ ਜੰਗਲ ਦੇ ਵਿੱਚੋਂ ਨਿਕਲ ਕੇ ਤਦ ਜਾ ਕੇ ਹੇਮਕੁੰਟ ਸਾਹਿਬ ਪਹੁੰਚਣਾ ਪੈਂਦਾ ਸੀ। ਇਹ ਵੀ ਜਿਹੜਾ ਰਸਤਾ ਹੈਗਾ ਇਹ ਬਾਬਾ ਮੋਦਨ ਸਿੰਘ ਜੀ ਨੇ ਆਪਣੇ ਜਾਣ ਤੋਂ ਪਹਿਲਾਂ ਜਿਹੜੇ ਇੱਥੋਂ ਦੇ ਠੇਕੇਦਾਰ ਸੀ ਹਿਆਤ ਸਿੰਘ ਭੰਡਾਰੀ ਜੀ, ਉਹਨਾਂ ਨੂੰ ਉਸ ਸਮੇਂ 5000 ਰੁਪਏ ਵਿੱਚ ਇਹ ਰਸਤੇ ਦੀ ਜਿਹੜੀ ਕੋਸਟ ਹੈ ਉਹ ਠੇਕੇ 'ਤੇ ਦਿੱਤੀ ਸੀ। ਔਰ ਜਿਹੜਾ ਉਹ ਰਸਤਾ ਹੁਣ ਜਿਹਦੇ 'ਤੇ ਆਪਾਂ ਅੱਜ ਕੱਲ੍ਹ ਚੱਲਦੇ ਹਾਂ, ਇਹਦਾ ਜਾਣੀ ਕਿ ਮੁੱਢ 5000 ਰੁਪਏ ਤੋਂ ਬੰਨ੍ਹਿਆ ਗਿਆ ਹੈ ਔਰ 5000 ਰੁਪਏ ਦੇ ਵਿੱਚ ਇਹ ਰਸਤਾ ਜਿਹੜਾ ਹੈਗਾ ਇਹ ਤਿਆਰ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਸਮੇਂ ਤੱਕ ਕਿੰਨੀਆਂ ਕੁ ਤਬਦੀਲੀਆਂ ਸਾਰੀ ਯਾਤਰਾ ਦੇ ਵਿੱਚ ਤੁਸੀਂ ਜਿਹੜੀਆਂ ਦੇਖ ਸਕਦੇ ਹੋ? ਦੇਖੋ, ਜੇ ਅਸੀਂ ਪੁਰਾਤਨ ਸਮੇਂ ਵੱਲ ਨਿਗਾਹ ਮਾਰੀਏ ਤਾਂ ਅੱਜ ਦੇ ਜ਼ਮਾਨੇ ਵਿੱਚ ਜੋ ਅਸੀਂ ਕੰਮ ਕਰ ਰਹੇ ਹਾਂ ਇਹ ਕੋਈ ਬਹੁਤੇ ਮਾਇਨੇ ਨਹੀਂ ਰੱਖਦੇ ਮੇਰੇ ਹਿਸਾਬ ਨਾਲ। ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਰਸਤਾ ਨਹੀਂ ਸੀ, ਮੋਟਰ ਵਹੀਕਲ ਨਹੀਂ ਸੀ, ਕੋਈ ਪੈਦਲ ਪਗਡੰਡੀਆਂ ਵੀ ਬਹੁਤ ਘੱਟ ਸੀ, ਉਹਨਾਂ ਜ਼ਮਾਨਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਇੰਨੀ ਘਾਲਣਾ ਕਰਕੇ ਉੱਥੇ ਸਥਾਨ ਬਣਾਏ ਹੈਗੇ ਆ। ਉਹ ਉਹਨਾਂ ਨੂੰ ਵਾਕਈ ਸਲਾਮ ਹੈ, ਸਲਿਊਟ ਹੈ, ਸ਼ਲਾਘਾਯੋਗ ਹੈਗੇ ਆ। ਹਾਂ, ਉਸ ਤੋਂ ਉਪਰੰਤ ਵੀ ਹੁਣ ਜਿਹੜੇ ਕਿਉਂਕਿ ਵਿਖੜਾ ਪਿੰਡ ਆਏ ਹੇਮਕੁੰਟ ਸਾਹਿਬ ਦਾ, ਜਿਹੜਾ ਸਭ ਤੋਂ ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਉੱਚਾ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਹੈ, 15210 ਫੁੱਟ ਦੀ ਹਾਈਟ 'ਤੇ ਹੈ। ਸਮਾਨ ਪਹੁੰਚਾਉਣਾ ਔਰ ਸੰਗਤ ਦੀ ਸੇਵਾ ਕਰਨੀ ਇਹ ਬਹੁਤ ਇੱਕ ਕਠਿਨ ਕੰਮ ਨੇ। ਹੁਣ ਵੀ ਅਸੀਂ ਕਿਉਂਕਿ ਡਿਊਰਿੰਗ ਯਾਤਰਾ ਜਿਹੜਾ ਹੈਗਾ ਉਹ ਕੋਈ ਵੀ ਕੰਮ ਸਾਡਾ ਕੰਸਟਰਕਸ਼ਨ ਦਾ ਜਾਂ ਰੈਨੋਵੇਸ਼ਨ ਦਾ ਨਹੀਂ ਹੁੰਦਾ। ਜਦੋਂ ਯਾਤਰਾ ਸਮਾਪਤ ਹੋ ਜਾਂਦੀ ਹੈ, ਸ਼੍ਰੀ ਹੇਮਕੁੰਟ ਸਾਹਿਬ ਥੋੜ੍ਹੇ ਬਹੁਤੇ ਕੰਮ ਚੱਲਦੇ ਰਹਿੰਦੇ ਨੇ। ਜਿਵੇਂ ਗੋਬਿੰਦ ਧਾਮ ਹੈ, 10 ਅਕਤੂਬਰ ਨੂੰ ਯਾਤਰਾ ਸਮਾਪਤ ਹੋਈ ਹੈ ਔਰ ਫਿਰ ਉਦੋਂ ਤੱਕ ਸਮਝ ਲਓ ਸਾਡਾ 30 ਨਵੰਬਰ ਤੱਕ ਸਟਾਫ ਉੱਥੇ ਰਹਿੰਦਾ, ਸਟਾਫ ਔਰ ਲੇਬਰ। ਸਟਾਫ ਦੇ 10-12 ਮੈਂਬਰ ਹੁੰਦੇ, 25-30 ਮੈਂਬਰ ਲੇਬਰ ਦੇ ਹੁੰਦੇ ਜਿਨ੍ਹਾਂ ਨੇ ਰੈਨੋਵੇਸ਼ਨ ਦਾ ਕੰਮ ਕਰਨਾ ਹੁੰਦਾ। ਯਾਨੀ ਕਿ ਕਹਿ ਲਈਏ ਕਿ ਜਦੋਂ ਤੱਕ 4 ਫੁੱਟ ਬਰਫ਼ ਨਹੀਂ ਪੈਂਦੀ ਹੈਗੀ ਉਦੋਂ ਤੱਕ ਅਸੀਂ ਥੱਲੇ ਨਹੀਂ ਉਤਰਦੇ ਹੈਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਕਦੋਂ ਤੱਕ ਥੱਲੇ ਲੈ ਕੇ ਆਉਂਦੇ ਸੀ, ਅਤੇ ਹੁਣ ਜਿਹੜੇ ਪਾਵਨ ਸਰੂਪ ਨੇ ਉਹ ਫਿਰ ਕਿਸ ਤਰੀਕੇ ਨਾਲ ਉੱਥੇ ਸੁਖਾਸਨ ਹੁੰਦੇ ਨੇ ਜੀ?
ਦੇਖੋ 1975 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਹੈਗੇ ਆ ਉਹ ਥੱਲੇ ਆਉਂਦੇ ਰਹੇ। 1975 ਤੋਂ ਵੀ ਬਾਅਦ ਵੀ ਇੱਕ ਦੋ ਵਾਰੀ ਆਏ ਆ। ਤੋ ਜਿਹੜੀ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਕਿ ਸੰਗਤਾਂ ਅੱਜ ਜਿਹਦੇ ਵਿੱਚ ਜਾ ਕੇ ਨਤਮਸਤਕ ਹੁੰਦੀਆਂ ਨੇ, ਦੇਖਦੀਆਂ ਨੇ, ਇਹਦੀ ਰੂਪ ਰੇਖਾ ਜਿਹੜੀ ਹੈਗੀ ਹੈ ਉਹ ਤਿਆਰ ਹੋਈ ਸੀ 1972 ਦੇ ਵਿੱਚ। ਇਹ ਇੱਕ ਸਿਆਲੀ ਸਾਹਿਬ ਸੀ ਜਿਹੜੇ ਆਰਮੀ ਦੇ ਆਰਕੀਟੈਕਟ ਸੀ, ਕਿਉਂਕਿ ਆਰਮੀ ਜੋਸ਼ੀਮਠ ਪਹਿਲਾਂ ਤੋਂ ਹੀ ਸੀ। ਤੋ ਆਰਮੀ ਦਾ ਸਹਿਯੋਗ ਹਮੇਸ਼ਾ ਹੀ ਸदैव ਹੀ ਗੁਰਦੁਆਰਾ ਸਾਹਿਬ ਦੇ ਨਾਲ ਬਣਿਆ ਰਿਹਾ ਹੈ। ਜੋ ਅੱਜ ਦਾ ਗੁਰਦੁਆਰਾ ਸਾਹਿਬ ਹੈ ਸਿਆਲੀ ਸਾਹਿਬ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ, ਔਰ ਇਹਦਾ ਸਾਰਾ ਜਿਹੜਾ ਢਾਂਚਾ ਹੈਗਾ ਉਹ ਦਿੱਲੀ ਪਰੇਡ ਗਰਾਊਂਡ ਦੇ ਵਿੱਚ ਪਹਿਲਾਂ ਪੂਰੀ ਤਰ੍ਹਾਂ ਸਟੈਬਲ ਕਰਕੇ ਖੜਾ ਕਰਕੇ ਉਹਨੂੰ ਦੇਖਿਆ ਗਿਆ। ਫਿਰ ਉਪਰੰਤ ਹਰੇਕ ਚੀਜ਼ ਦੇ ਉੱਤੇ ਮਾਰਕਿੰਗ ਕੀਤੀ ਗਈ, ਗਾਰਡਰ 'ਤੇ, ਚੈਨਲ 'ਤੇ, TRN 'ਤੇ, ਜਿੰਨਾ ਵੀ ਜੋ ਸਾਡਾ ਢਾਂਚਾ ਉੱਥੇ ਲੱਗਿਆ ਹੋਇਆ ਹੈ ਉਹ ਸਾਰੇ ਦੇ ਉੱਤੇ ਮਾਰਕਿੰਗ ਹੋਈ ਹੈ। ਪਰੇਡ ਗਰਾਊਂਡ ਵਿੱਚ ਗੁਰਦੁਆਰਾ ਸਾਹਿਬ ਦਾ ਪੂਰਾ ਢਾਂਚਾ ਖੜਾ ਉਪਰੰਤ ਫਿਰ ਉਹਨੂੰ ਖੋਲ੍ਹਿਆ ਗਿਆ। ਖੋਲ੍ਹ ਕੇ ਫਿਰ ਉਹ ਹੌਲੀ ਹੌਲੀ ਗੋਬਿੰਦ ਘਾਟ ਪਹੁੰਚਿਆ ਅਤੇ ਇੱਥੇ ਸਿਰਾਂ ਦੇ ਨਾਲ ਸ੍ਰੀ ਹੇਮਕੁੰਟ ਸਾਹਿਬ ਪਹੁੰਚਿਆ। 1975 ਦੇ ਵਿੱਚ ਟਰੱਸਟ ਦੁਆਰਾ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ, ਔਰ 16 ਅਗਸਤ 1992 ਨੂੰ ਪਹਿਲਾ ਪ੍ਰਕਾਸ਼ ਹੈ ਜਿਹੜਾ ਅਜੋਕਾ ਦਰਬਾਰ ਸਾਹਿਬ ਹੈ, ਜਿਹੜਾ ਅੱਜ ਦਾ ਦਰਬਾਰ ਸਾਹਿਬ ਹੈ, ਉਸ ਦਰਬਾਰ ਸਾਹਿਬ ਦੇ ਵਿੱਚ 16 ਅਗਸਤ 1992 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਹੁਣ ਉੱਥੇ ਕੀ ਕੁਝ ਜਿਹੜਾ ਹੈ ਖਾਸ ਤੌਰ ਤੇ ਤਿਆਰੀਆਂ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਗਈਆਂ ਨੇ ਸੰਗਤ ਦੀ ਆਮਦ ਨੂੰ ਦੇਖਦੇ ਹੋਏ? ਦੇਖੋ, ਹਰ ਸਾਲ ਟਰੱਸਟ ਵੱਲੋਂ ਬਹੁਤ ਸਾਰੇ ਉਪਰਾਲੇ ਸੰਗਤਾਂ ਦੇ ਲਈ ਕੀਤੇ ਜਾਂਦੇ ਨੇ। ਹਰੇਕ ਗੁਰਦੁਆਰਾ ਸਾਹਿਬ, ਜਿਵੇਂ ਹਰਿਦੁਆਰ ਹੋ ਗਿਆ, ਜਿਹੜੀਆਂ ਸਰਾਵਾਂ ਬਜ਼ੁਰਗਾਂ ਨੇ ਬਣਾਈਆਂ ਸੀ ਸੰਗਤਾਂ ਦੇ ਰਿਹਾਇਸ਼ ਲਈ, ਰਿਸ਼ੀਕੇਸ਼, ਸ਼੍ਰੀਨਗਰ, ਉਹ ਤੋਂ ਬਾਅਦ ਹੁਣ ਰਤੂੜੇ ਦੀ ਨਵੀਂ ਕਾਰ ਸੇਵਾ ਸ਼ੁਰੂ ਹੋ ਰਹੀ ਹੈ ਰੁਦਰਪ੍ਰਯਾਗ ਤੋਂ ਅੱਗੇ, ਗੋਬਿੰਦ ਘਾਟ, ਗੋਬਿੰਦ ਧਾਮ, ਹੇਮਕੁੰਟ ਸਾਹਿਬ। ਸਾਡੇ ਟਰੱਸਟ ਦੀ ਸਭ ਤੋਂ ਵੱਡੀ ਇੱਕ ਗੱਲ ਹੈ ਕਿ ਜਿੰਨਾ ਵੀ ਕੰਮ ਕਰਦਾ ਟਰੱਸਟ ਖੁਦ ਆਪ ਕਰਦਾ ਹੈ। ਮੈਂ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗਾ ਕਿ ਸੰਸਾਰ ਦਾ ਪਹਿਲਾ ਟਰੱਸਟ ਹੈ ਕਿ ਜਿਹਦੀ ਵਰਲਡ ਦੇ ਵਿੱਚ ਕੋਈ ਅਗਰਾਹੀ ਨਹੀਂ ਹੈ। ਸਿਰਫ ਕਣਕ ਦੀ ਸੇਵਾ ਆਉਂਦੀ ਆ ਬਾਬਾ ਨਿਧਾਨ ਸਿੰਘ ਜੀ ਧੂਰੀ ਵਾਲੇ, ਉਹ ਕਾਫੀ ਸਮੇਂ ਤੋਂ ਪਹਿਲਾਂ ਉਹ ਜਨਰੇਟਰਾਂ ਦੀ ਸੇਵਾ ਲੱਗੇ ਸੀ ਕਰਨ। ਹੁਣ ਲੰਬੇ ਹੀ ਸਮੇਂ ਤੋਂ ਬਾਬਾ ਨਿਧਾਨ ਸਿੰਘ ਜੀ ਦੁਆਰਾ ਜਿਹੜੀ ਕਣਕ ਦੀ ਸੇਵਾ ਮਾਲਵੇ ਇਲਾਕੇ ਤੋਂ ਕੀਤੀ ਜਾਂਦੀ ਹੈ। ਅਤੇ ਮਾਲਪੁਰ ਇਲਾਕੇ ਤੋਂ ਜਿਹੜੇ ਬਾਬਾ ਜਰਨੈਲ ਸਿੰਘ ਸੀ, ਹੁਣ ਉਹ ਪਿਛਲੇ ਸਾਲ ਸੁਰਗਵਾਸ ਹੋ ਗਏ ਨੇ। ਹੁਣ ਅੱਗੇ ਉਹਨਾਂ ਦਾ ਜਥਾ ਜਿਹੜੀ ਕਣਕ ਇਕੱਤਰ ਕਰਕੇ ਭੇਜ ਰਿਹਾ ਸਾਨੂੰ ਦੁਆਬੇ ਤੋਂ ਔਰ ਮਾਝੇ ਵਾਲੇ ਖੇਤਰ ਤੋਂ। ਉਸ ਤੋਂ ਬਿਨਾਂ ਬਾਜਪੁਰ ਖੇਤਰ ਤੋਂ ਜਿਹੜਾ ਪਹਾੜੀ ਆਪਣਾ ਹੈਗਾ ਉੱਤਰਾਖੰਡ ਦਾ, ਉਸ ਤੋਂ ਬਾਅਦ ਜਿਹੜੀ ਹੈਗੀ ਇੱਕ ਸੇਵਾ ਸਾਨੂੰ ਉੱਧਰੋਂ ਆਉਂਦੀ ਹੈ। ਇਸ ਤੋਂ ਬਿਨਾਂ ਸੰਸਾਰ ਦੇ ਵਿੱਚ ਸਾਡੀ ਟਰੱਸਟ ਦੀ ਕਿਤੇ ਵੀ ਕੋਈ ਕਾਪੀ ਜਾਂ ਆਪਣਾ ਕੋਈ ਕਹਿ ਲਈਏ ਰਸੀਦ ਬੁੱਕ ਲੈ ਕੇ ਕਿਤੇ ਵੀ ਕੋਈ ਉਗਰਾਹੀ ਨਹੀਂ ਹੈ। ਜੋ ਸੰਗਤਾਂ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੌਰਾਨ ਆਉਂਦੀਆਂ ਨੇ, ਜੋ ਸੇਵਾ ਦਿੰਦੀਆਂ ਨੇ, ਉਸੇ ਸੇਵਾ ਦੇ ਨਾਲ ਅਸੀਂ 8 ਗੁਰਦੁਆਰੇ ਸਾਹਿਬਾਨ ਨੂੰ ਮੇਨਟੇਨੈਂਸ ਕਰਦੇ ਹਾਂ। ਔਰ ਹਰ ਇੱਕ ਜਗ੍ਹਾ ਕੁਛ ਨਾ ਕੁਛ ਆਪ ਜੀ ਦੇਖਦੇ ਹੋ, ਮੈਨੂੰ ਲੱਗਦਾ ਕਿ ਆਪ ਜੀ ਵੀ ਕਾਫੀ ਸਮੇਂ ਤੋਂ ਆ ਰਹੇ ਹੋ ਇੱਥੇ, ਤਾਂ ਹਰ ਸਾਲ ਕੁਛ ਨਾ ਕੁਛ ਨਵਾਂ ਹੀ ਦੇਖਿਆ ਜਾਂਦਾ ਹੈ। ਬਿਲਡਿੰਗਾਂ ਬਣਾਈਆਂ ਜਾਂਦੀਆਂ ਹੈ, ਗਰਮ ਪਾਣੀ ਦੀਆਂ ਵਿਵਸਥਾ ਕੀਤੀਆਂ ਜਾਂਦੀਆਂ, ਈਵਨ ਕਿ ਅਸੀਂ ਰਸਤਿਆਂ ਦੇ ਸੁਧਾਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰਦਾਰ ਸੇਵਾ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਹੈ ਬੜੇ ਵਿਸਥਾਰ ਦੇ ਨਾਲ ਕਿ ਸ੍ਰੀ ਹੇਮਕੁੰਟ ਸਾਹਿਬ ਜੀ ਦਾ ਪਵਿੱਤਰ ਸਥਾਨ ਕਿਸ ਸਮੇਂ ਹੋਂਦ ਦੇ ਵਿੱਚ ਆਇਆ ਸੀ, ਕਿਸ ਤਰੀਕੇ ਦੇ ਨਾਲ ਉਹ ਫਿਰ ਗੁਰਦੁਆਰੇ ਦੀ ਜਿਹੜੀ ਇਮਾਰਤ ਸੀ, ਖੂਬਸੂਰਤ ਇਮਾਰਤ, ਉਹ ਤਿਆਰ ਹੋਈ ਹੈ ਅਤੇ ਪਹਿਲੀ ਵਾਰ ਸੰਗਤ ਕਦੋਂ ਇੱਥੇ ਪਹੁੰਚੀ ਸੀ। ਰੁਪਿੰਦਰਪਾਲ ਡਿੰਪਲ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ, ਗੋਬਿੰਦ ਘਾਟ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।